ਗੁੱਡ ਮੋਰਨਿੰਗ एवरीवन। ਬੱਚਿਓ ਅੱਜ ਮੈਂ ਤੁਹਾਡੇ ਨਾਲ ਪਾਠ 9ਵਾਂ ਪ੍ਰਹਿਲਾਦ ਭਗਤ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ। ਪਾਠ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕਹਾਂਗੀ ਕਿ ਤੁਸੀਂ ਵੈਸੇ ਤਾਂ ਸਭ ਬੱਚਿਆਂ ਨੇ ਯਾਨੀ ਕਿ ਪ੍ਰਹਿਲਾਦ ਦੀ ਸਟੋਰੀ ਵੈਸੇ ਸੁਣੀ ਹੋਏਗੀ। ਇਹ ਸਭ ਤੋਂ ਸੌਖਾ ਲੈਸਨ ਆਪਣਾ ਇਹ ਹੈਗਾ, ਇਹੀ ਹੈ ਭਗਤ ਪ੍ਰਹਿਲਾਦ। ਅਤੇ ਮੈਂ ਜਦੋਂ ਤੁਹਾਡਾ ਜ਼ਿਆਦਾ ਟਾਈਮ ਨਾਲ ਲੈਂਦੀ ਹੋਈ ਤੁਹਾਨੂੰ ਦੱਸਾਂਗੀ ਕਿ ਜੋ ਭਗਤ ਪ੍ਰਹਿਲਾਦ ਸੀ ਉਸਨੇ ਕਿਵੇਂ ਨੇਕੀ ਦੇ ਰਾਹ 'ਤੇ ਚੱਲਿਆ, ਯਾਨੀ ਉਹਨੇ ਹਮੇਸ਼ਾ ਸੱਚ ਦੇ ਸਾਥ ਦਿੱਤਾ ਉਸਨੇ, ਅਤੇ ਅਸੀਂ ਸੱਚ ਦੇ ਕਾਰਨ ਹੀ ਉਹਦੀ ਜਿੱਤ ਹੋਈ। ਉਸਨੇ ਪਰਮਾਤਮਾ ਦੇ ਅੱਗੇ ਹੀ ਆਪਣਾ ਸਿਰ ਝੁਕਾਇਆ, ਕਿਸੇ ਘਮੰਡ ਦੇ ਉੱਤੇ ਘਮੰਡ ਦੇ ਨਾਲ ਨਹੀਂ ਚੱਲਿਆ ਉਹ, ਯਾਨੀ ਕਿ ਉਹਨੇ ਘਮੰਡ ਦੇ ਅੱਗੇ ਹੰਕਾਰ ਦੇ ਅੱਗੇ ਸਿਰ ਨਹੀਂ ਝੁਕਾਇਆ। ਘਮੰਡ ਕਿਸ ਦਾ, ਯਾਨੀ ਕਿ ਜੋ ਭਗਤ ਪ੍ਰਹਿਲਾਦ ਸੀ ਉਹਦੇ ਜੋ ਪਿਤਾ ਸੀ, ਉਹਦੇ ਪਿਤਾ ਦੇ ਅੰਦਰ ਬਹੁਤ ਹੀ ਜ਼ਿਆਦਾ ਘਮੰਡ ਸੀ, ਹੰਕਾਰ ਸੀ ਕਿ ਉਹਦੇ ਵਰਗਾ ਕੋਈ ਹੈ ਹੀ ਨਹੀਂ ਹੈ। ਔਰ ਪ੍ਰਹਿਲਾਦ ਨੇ ਕਿਸ ਤਰ੍ਹਾਂ ਉਹਨਾਂ ਦਾ ਭਗਤ ਬਣ ਕੇ, ਯਾਨੀ ਕਿਸ ਤਰ੍ਹਾਂ ਉਹਨਾਂ ਨੇ ਵਿਸ਼ਨੂੰ ਜੀ ਦਾ ਭਗਤ ਬਣ ਕੇ ਉਹਦਾ ਆਪਣੇ ਪਿਤਾ ਦਾ ਹੰਕਾਰ ਨੂੰ ਤੋੜਿਆ ਅਤੇ ਉਹਨਾਂ ਨੂੰ ਸਹੀ ਰਾਹ ਪਾਇਆ। ਤਾਂ ਜ਼ਿਆਦਾ ਸਮਾਂ ਨਾ ਲੈਂਦੀ ਹੋਈ ਮੈਂ ਤੁਹਾਡਾ ਪਾਠ ਸ਼ੁਰੂ ਕਰਦੀ ਹਾਂ। ਕਹਿੰਦੇ ਪਿਆਰੇ ਬੱਚਿਓ, ਬਹੁਤ ਪੁਰਾਣੀ ਗੱਲ ਹੈ। ਹਿਰਨਾਕਸ਼ ਨਾਂ ਦਾ ਇੱਕ ਰਾਜਾ ਸੀ। ਉਸਨੂੰ ਆਪਣੀ ਤਾਕਤ 'ਤੇ ਬਹੁਤ ਹੰਕਾਰ ਹੋ ਗਿਆ ਅਤੇ ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗਿਆ। ਉਸਨੇ ਆਪਣੇ ਰਾਜ ਵਿੱਚ ਢੰਡੋਰਾ ਫਿਰਵਾ ਦਿੱਤਾ ਕਿ ਸਾਰੇ ਰੱਬ ਸਮਝ ਕੇ ਉਸਦੀ ਪੂਜਾ ਕਰਨ। ਜੇ ਕੋਈ ਹੋਰ ਇਸ ਦੀ ਪੂਜਾ ਨਹੀਂ ਕਰੇਗਾ ਤਾਂ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਸਭ ਘਰਾਂ ਵਿੱਚ ਦੇਵੀ ਦੇਵਤਿਆਂ ਦੀ ਜਗ੍ਹਾ 'ਤੇ ਮੂਰਤੀਆਂ ਉਠਵਾ ਦਿੱਤੀਆਂ ਗਈਆਂ ਅਤੇ ਲੋਕ ਸਾਰੇ ਇਸ ਦੇ ਘਰਾਂ ਵਿੱਚ ਪੂਜਾ ਇਸ ਰਾਜੇ ਦੀ ਮੂਰਤੀ ਸਥਾਪਿਤ ਕਰਨ ਲੱਗ ਪਏ। ਹਿਰਨਾਕਸ਼ ਦੀ ਚਾਰੋਂ ਤਰਫ, ਯਾਨੀ ਕਿ ਹਿਰਨਾਕਸ਼ ਹੈ ਉਹ ਚਾਰੋਂ ਤਰਫ ਆਪਣੀ ਜੈ ਜੈਕਾਰ ਕਰਵਾ ਕੇ ਖੁਸ਼ ਸੀ। ਕੁਝ ਸਮੇਂ ਬਾਅਦ ਰਾਜਾ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਰਾਜਾ ਅਤੇ ਰਾਣੀ ਨੇ ਉਸ ਦਾ ਨਾਮ ਪ੍ਰਹਿਲਾਦ ਰੱਖਿਆ। ਪ੍ਰਹਿਲਾਦ ਜਦੋਂ ਵੱਡਾ ਹੋਇਆ ਤਾਂ ਉਸ ਨੇ ਸਭ ਪਾਸੇ ਆਪਣੇ ਪਿਤਾ ਦੀ ਪੂਜਾ ਹੁੰਦੀ ਵੇਖੀ। ਉਹ ਇਹ ਵੇਖ ਕੇ ਹੈਰਾਨ ਰਹਿ ਗਿਆ, ਪਰੰਤੂ ਉਹ ਤਾਂ ਵਿਸ਼ਨੂੰ ਭਗਵਾਨ ਦਾ ਪੱਕਾ ਭਗਤ ਸੀ। ਉਹ ਬਿਨਾਂ ਕਿਸੇ ਪਰਵਾਹ ਤੇ ਆਪਣੇ ਪ੍ਰਭੂ ਦੀ ਭਗਤੀ ਕਰਨ ਲੱਗਾ। ਜਦੋਂ ਹਿਰਨਾਕਸ਼ ਨੂੰ ਪਤਾ ਲੱਗਾ ਤਾਂ ਉਸਨੇ ਪ੍ਰਹਿਲਾਦ ਨੂੰ ਸਮਝਾਇਆ, ਪਰ ਪ੍ਰਹਿਲਾਦ ਨੇ ਕਿਹਾ, ਪਿਤਾ ਜੀ ਤੁਸੀਂ ਇੱਕ ਇਨਸਾਨ ਹੋ, ਤੁਸੀਂ ਰੱਬ ਨਹੀਂ ਹੋ। ਪੂਜਾ ਸਿਰਫ ਰੱਬ ਦੀ ਕੀਤੀ ਜਾਂਦੀ ਹੈ, ਜਦ ਕਿ ਤੁਸੀਂ ਮੇਰੇ ਭਗਵਾਨ ਅੱਗੇ ਕੁਝ ਵੀ ਨਹੀਂ ਹੋ। ਹਿਰਨਾਕਸ਼ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ ਔਰ ਉਹ ਪ੍ਰਹਿਲਾਦ ਨੂੰ ਮਰਵਾਉਣ ਬਾਰੇ ਸੋਚਣ ਲੱਗਿਆ। ਉਸਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਸੁੱਟਾਓ, ਆਪੇ ਇਸ ਨੂੰ ਮਗਰਮੱਛ ਅਤੇ ਮੱਛੀਆਂ ਖਾ ਜਾਣਗੀਆਂ। ਸਿਪਾਹੀ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਸੁੱਟ ਆਏ ਤਾਂ ਪਤਾ ਨਹੀਂ ਕਿੱਧਰੋਂ ਕੋਈ ਪਾਣੀ ਦੀ ਛੱਲ ਜਿਹੀ ਆਈ ਅਤੇ ਪ੍ਰਹਿਲਾਦ ਨੂੰ ਕਿਨਾਰੇ ਲੈ ਗਈ। ਜਦੋਂ ਰਾਜੇ ਨੂੰ ਪਤਾ ਲੱਗਾ ਕਿ ਉਸਨੇ ਕਿਹਾ ਕਿ ਪ੍ਰਹਿਲਾਦ ਨੂੰ ਪਹਾੜ ਉੱਤੋਂ ਸੁੱਟ ਕੇ ਮਾਰ ਦਿਓ। ਸਿਪਾਹੀਆਂ ਨੇ ਪ੍ਰਹਿਲਾਦ ਨੂੰ ਇੱਕ ਉੱਚੇ ਸਾਰੇ ਪਹਾੜ ਤੋਂ ਸੁੱਟ ਦਿੱਤਾ। ਪ੍ਰਹਿਲਾਦ ਫਿਰ ਵੀ ਬਚ ਗਿਆ। ਰਾਜੇ ਨੇ ਸਿਪਾਹੀਆਂ ਨੂੰ ਕਿਹਾ, ਇਸ ਨੂੰ ਹਾਥੀ ਦੇ ਪੈਰਾਂ ਵਿੱਚ ਸੁੱਟਵਾ ਕੇ ਮਰਵਾ ਦਿਓ। ਹਾਥੀ ਨੇ ਵੀ ਪ੍ਰਹਿਲਾਦ ਨੂੰ ਕੁਝ ਨਾ ਕਿਹਾ। ਆਖਰ ਰਾਜੇ ਨੇ ਆਪਣੀ ਭੈਣ ਹੋਲਿਕਾ ਨੂੰ ਬੁਲਾਇਆ ਅਤੇ ਕਿਹਾ ਕਿ ਹੋਲਿਕਾ, ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠ ਜਾ। ਅੱਗ ਤੈਨੂੰ ਸਾੜੇਗੀ ਨਹੀਂ, ਪ੍ਰਹਿਲਾਦ ਸੜ ਕੇ ਸੁਆਹ ਹੋ ਜਾਵੇਗਾ। ਹੋਲਿਕਾ ਨੂੰ ਵਰ ਮਿਲਿਆ ਹੋਇਆ ਸੀ ਕਿ ਅੱਗ ਉਸਦਾ ਕੁਝ ਨਹੀਂ ਵਿਗਾੜ ਸਕਦੀ। ਜੋ ਹੋਲਿਕਾ ਸੀ ਉਹ ਪ੍ਰਹਿਲਾਦ ਦੀ ਕੀ ਸੀ, ਭੂਆ ਸੀ, ਔਰ ਉਸਨੂੰ ਵਰਦਾਨ ਮਿਲਿਆ ਹੋਇਆ ਸੀ ਕਿ ਅੱਗ ਉਸਦਾ ਕੁਝ ਨਹੀਂ ਵਿਗਾੜ ਸਕਦੀ, ਅੱਗ ਉਸਨੂੰ ਨਹੀਂ ਸਾੜ ਸਕਦੀ। ਲੇਕਿਨ ਆਪਾਂ ਕਹਿੰਦੇ ਨਾ ਬੇਟਾ, ਜਿਹਦੇ ਨਾਲ ਰੱਬ ਵਸਦਾ ਹੋਵੇ ਉਸਦਾ ਕੋਈ ਵੀ ਬਾਲ ਬਾਕਾ ਨਹੀਂ ਕੱਢ ਸਕਦਾ। ਹੋਲਿਕਾ ਪ੍ਰਹਿਲਾਦ ਨੂੰ ਲੈ ਕੇ ਅੱਗ ਵਿੱਚ ਬੈਠ ਗਈ। ਉਹੀ ਗੱਲ ਹੋਈ, ਹੋਲਿਕਾ ਸੜ ਕੇ ਸੁਆਹ ਹੋ ਗਈ, ਪਰ ਪ੍ਰਹਿਲਾਦ ਨੂੰ ਕੁਝ ਨਾ ਹੋਇਆ। ਇਸ ਤੋਂ ਬਾਅਦ ਹਿਰਨਾਕਸ਼ ਅੱਗ ਬੁਲਬੁਲਾ ਹੋ ਗਿਆ। ਉਸਨੇ ਇੱਕ ਥੰਮ ਦੁਆਲੇ ਅੱਗ ਬਾਲ ਕੇ ਥੰਮ ਨੂੰ ਗਰਮ ਕਰਵਾ ਦਿੱਤਾ। ਫਿਰ ਉਸਨੇ ਪ੍ਰਹਿਲਾਦ ਨੂੰ ਉਸ ਥੰਮ ਦੇ ਨਾਲ ਜੱਫੀ ਪਾਉਣ ਲਈ ਕਿਹਾ। ਪ੍ਰਹਿਲਾਦ ਨੇ ਥੰਮ ਉੱਤੇ ਇੱਕ ਕੀੜੀ ਤੁਰਦੀ ਵੇਖੀ ਅਤੇ ਪ੍ਰਹਿਲਾਦ ਨੇ ਕੀੜੀ ਦੇ ਰੂਪ ਵਿੱਚ ਆਪਣੇ ਭਗਵਾਨ ਨੂੰ ਵੇਖ ਲਿਆ। ਉਸਨੇ ਜਾ ਕੇ ਥੰਮ ਨਾਲ ਜੱਫੀ ਪਾ ਲਈ। ਜਦੋਂ ਪ੍ਰਹਿਲਾਦ ਨੂੰ ਕੁਝ ਨਾ ਹੋਇਆ ਤਾਂ ਹਿਰਨਾਕਸ਼ ਆਪਣੀ ਤਲਵਾਰ ਕੱਢ ਕੇ ਪ੍ਰਹਿਲਾਦ ਨੂੰ ਮਾਰਨ ਲਈ ਅੱਗੇ ਆਇਆ। ਉਸਨੇ ਪ੍ਰਹਿਲਾਦ ਨੂੰ ਤਲਵਾਰ ਦਾ ਭਰਵਾਂ ਜਿਹਾ ਵਾਰ ਦਿੱਤਾ। ਪ੍ਰਹਿਲਾਦ ਤਾਂ ਬਚ ਗਿਆ, ਪਰੰਤੂ ਥੰਮ ਵਿੱਚੋਂ ਇੱਕ ਅਜੀਬ ਸੀ ਕਿਸਮ ਦਾ ਪ੍ਰਾਣੀ ਬਾਹਰ ਆਇਆ। ਉਸਦਾ ਧੜ ਮਨੁੱਖ ਦਾ ਤੇ ਸਿਰ ਸ਼ੇਰ ਦਾ। ਉਸਨੇ ਹਿਰਨਾਕਸ਼ ਨੂੰ ਉੱਥੇ ਹੀ ਲੰਬੇ ਪਾ ਕੇ ਕਹਿਣ ਲੱਗਾ, ਹਿਰਨਾਕਸ਼ ਦੇਖ, ਇਸ ਸਮੇਂ ਨਾ ਤਾਂ ਦਿਨ ਹੈ ਤੇ ਨਾ ਹੀ ਰਾਤ, ਨਾ ਤੂੰ ਧਰਤੀ 'ਤੇ ਨਾ ਹੀ ਤੂੰ ਆਸਮਾਨ 'ਤੇ, ਨਾ ਤੂੰ ਅੰਦਰ ਹੈ ਤੇ ਨਾ ਹੀ ਤੂੰ ਬਾਹਰ। ਮੈਂ ਤੈਨੂੰ
ਕਿਸੇ ਹਥਿਆਰ ਨਾਲ ਨਹੀਂ ਮਾਰਾਂਗਾ। ਮੈਂ ਨਾ ਇਨਸਾਨ ਹਾਂ ਅਤੇ ਨਾ ਹੀ ਪਸ਼ੂ। ਦੇਖ ਮੇਰਾ ਰੂਪ ਦੇਖ, ਮੈਂ ਨਰਸਿੰਘ ਹਾਂ। ਇੰਨਾ ਕਹਿੰਦੇ ਹੀ ਉਸਨੇ ਆਪਣੀ ਨਹੁੰਦਰਾ ਨਾਲ ਉਸ ਨੂੰ ਮਾਰ ਸੁੱਟਿਆ। ਅਤੇ ਇਸ ਤੋਂ ਬਾਅਦ ਭਗਵਾਨ ਵਿਸ਼ਨੂੰ ਨੇ ਆਪਣੇ ਭਗਤ ਪ੍ਰਹਿਲਾਦ ਨੂੰ ਦਰਸ਼ਨ ਦਿੱਤੇ ਅਤੇ ਅਲੋਪ ਹੋ ਗਏ। ਤਾਂ ਬੇਟਾ ਇਹ ਸੀ ਤੁਹਾਡਾ ਪਾਠ ਭਗਤ ਪ੍ਰਹਿਲਾਦ। ਮੈਂ ਤੁਹਾਨੂੰ ਫਿਰ ਵੀ ਇੱਕ ਸ਼ੋਰਟ 'ਤੇ ਫਿਰ ਸਮਝਾ ਰਹੀ ਹਾਂ। ਜੋ ਹਿਰਣਾਕਸ਼ ਸੀ ਉਸਨੂੰ ਵਰਦਾਨ ਮਿਲਿਆ ਹੋਇਆ ਸੀ ਦੇਵਤਾ ਵੱਲੋਂ ਕਿ ਉਸਦੀ ਮੌਤ ਨਾ ਤਾਂ ਕੋਈ ਜੀਵ ਮਾਰ ਸਕਦਾ ਅਤੇ ਨਾ ਹੀ ਕੋਈ ਇਨਸਾਨ ਮਾਰ ਸਕਦਾ ਹੈ। ਨਾ ਉਹ ਧਰਤੀ 'ਤੇ ਮਰੇਗਾ ਅਤੇ ਨਾ ਹੀ ਉਹ ਆਸਮਾਨ 'ਤੇ ਮਰੇਗਾ। ਨਾ ਉਹ ਘਰ ਦੇ ਅੰਦਰ ਮਰੇਗਾ, ਨਾ ਉਹ ਘਰ ਦੇ ਬਾਹਰ ਮਰੇਗਾ। ਨਾ ਹੀ ਉਹਨੂੰ ਕੋਈ ਹਥਿਆਰ ਮਾਰ ਸਕਦਾ ਯਾਨੀ ਕਿਸੇ ਤਰ੍ਹਾਂ ਦਾ, ਨਾ ਹੀ ਉਹਨੂੰ ਕੋਈ ਇਨਸਾਨ ਮਾਰ ਸਕਦਾ ਅਤੇ ਨਾ ਹੀ ਉਹਨੂੰ ਕੋਈ ਪਸ਼ੂ ਮਾਰ ਸਕਦਾ ਹੈ। ਅਤੇ ਇਸੀ ਤਰ੍ਹਾਂ ਇਸ ਚੀਜ਼ 'ਤੇ ਉਹਨੂੰ ਕੀ ਸੀ, ਆਪਣੇ 'ਤੇ ਹੰਕਾਰ ਹੋ ਗਿਆ ਸੀ ਕਿ ਮੈਨੂੰ ਤਾਂ ਕੋਈ ਮਾਰ ਹੀ ਨਹੀਂ ਸਕਦਾ। ਲੇਕਿਨ ਪਰਮਾਤਮਾ ਨੇ ਇੱਕ ਐਸਾ ਰੂਪ ਧਾਰਿਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਥੰਮ ਦੇ ਵਿੱਚੋਂ ਬਾਹਰ ਨਿਕਲੇ ਤਾਂ ਉਹਨਾਂ ਦਾ ਜੋ ਸਿਰ ਤਾਂ ਸਿਰਫ ਸ਼ੇਰ ਦਾ ਸੀ, ਬਾਕੀ ਜੋ ਸਾਰਾ ਸਰੀਰ ਸੀ ਉਹ ਇੱਕ ਇਨਸਾਨ ਦਾ ਸੀਗਾ। ਜਦ ਉਹਨਾਂ ਨੂੰ ਆਪਣੇ ਪੱਟਾਂ ਦੇ ਉੱਤੇ ਲਿਟਾ ਕੇ ਉਹਨੂੰ ਮਾਰਿਆ ਗਿਆ ਅਤੇ ਨਾ ਤਾਂ ਉਹ ਘਰ ਦੇ ਅੰਦਰ ਸੀ ਅਤੇ ਨਾ ਹੀ ਉਹ ਘਰ ਦੇ ਬਾਹਰ ਸੀ। ਨਾ ਚੰਗੀ ਤਰ੍ਹਾਂ ਨਾ ਉਹ ਦਿਨ ਸੀ ਅਤੇ ਨਾ ਹੀ ਉਹ ਰਾਤ ਸੀ। ਠੀਕ ਹੈ, ਨਾ ਧਰਤੀ 'ਤੇ ਸੀ ਅਤੇ ਨਾ ਹੀ ਉਹ ਆਸਮਾਨ 'ਤੇ ਸੀ। ਠੀਕ ਹੈ, ਉਹ ਆਪਣੇ ਇਸ ਤਰ੍ਹਾਂ ਉਹਨਾਂ ਨੇ